ओम शांति। ਅੱਜ ਬਾਬਾ ਦੇ 14/11/2020 ਦੇ ਮਹਾਵਚਨ ਬਾਬਾ ਨੇ ਅੱਜ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਤੁਸੀਂ ਸੱਚੇ ਸੱਚੇ ਰਾਜ ਰਿਸ਼ੀ ਹੋ। ਤੁਹਾਡਾ ਕੰਮ ਹੈ ਤਪੱਸਿਆ ਕਰਨਾ। ਤਪੱਸਿਆ ਨਾਲ ਹੀ ਪੂਜਨ ਲਾਇਕ ਬਣੋਗੇ। ਫਿਰ ਬਾਬਾ ਨੇ ਪ੍ਰਸ਼ਨ ਪੁੱਛਿਆ, ਕਿਹੜਾ ਪੁਰਸ਼ਾਰਥ ਸਦਾ ਕਾਲ ਦੇ ਲਈ ਪੂਜਣ ਲਾਇਕ ਬਣਾ ਦਿੰਦਾ ਹੈ? ਉੱਤਰ ਵਿੱਚ ਹੈ, ਆਤਮਾ ਦੀ ਜੋਤੀ ਜਗਾਉਣ ਅਤੇ ਤਮੋ ਪ੍ਰਧਾਨ ਆਤਮਾ ਨੂੰ ਸਤੋ ਪ੍ਰਧਾਨ ਬਣਾਉਣ ਦਾ ਪੁਰਸ਼ਾਰਥ ਕਰੋ ਤਾਂ ਸਦਾ ਕਾਲ ਦੇ ਲਈ ਪੂਜਣ ਲਾਇਕ ਬਣ ਜਾਵੋਗੇ। ਜੋ ਹੁਣ ਗਫਲਤ ਕਰਦੇ ਹਨ ਉਹ ਬਹੁਤ ਰੋਂਦੇ ਹਨ। ਜੇ ਪੁਰਸ਼ਾਰਥ ਕਰਕੇ ਪਾਸ ਨਹੀਂ ਹੋਏ, ਧਰਮ ਰਾਜ ਦੀਆਂ ਸਜ਼ਾ ਖਾਧੀਆਂ ਤਾਂ ਸਜ਼ਾ ਖਾਣ ਵਾਲੇ ਪੂਜੇ ਨਹੀਂ ਜਾਣਗੇ। ਸਜ਼ਾ ਖਾਣ ਵਾਲੇ ਦਾ ਮੂੰਹ ਉੱਚਾ ਨਹੀਂ ਹੋ ਸਕਦਾ। ਓਮ ਸ਼ਾਂਤੀ। ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਸਮਝਾ ਰਹੇ ਹਨ। ਪਹਿਲਾਂ ਤਾਂ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਆਪਣੇ ਨੂੰ ਆਤਮਾ ਨਿਸ਼ਚੈ ਕਰੋ। ਪਹਿਲਾਂ ਆਤਮਾ ਹਾਂ, ਪਿੱਛੇ ਸਰੀਰ ਹਾਂ। ਜਿੱਥੇ ਕਿਤੇ ਵੀ ਪ੍ਰਦਰਸ਼ਨੀ ਜਾਂ ਮਿਊਜ਼ੀਅਮ ਵਿੱਚ, ਕਲਾਸ ਵਿੱਚ ਪਹਿਲਾਂ ਇਹ ਸਾਵਧਾਨੀ ਦੇਣੀ ਹੈ ਕਿ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਬੱਚੇ ਜਦੋਂ ਬੈਠਦੇ ਹਨ, ਸਾਰੇ ਦੇਹੀ ਅਭਿਮਾਨੀ ਹੋ ਕੇ ਨਹੀਂ ਬੈਠਦੇ ਹਨ। ਬਾਬਾ ਕਹਿ ਰਹੇ, ਇੱਥੇ ਬੈਠਦੇ ਵੀ ਕਿਤੇ ਕਿਤੇ ਖਿਆਲਾਤ ਚਲੇ ਜਾਂਦੇ ਹਨ। ਬੈਠੇ ਹਨ ਬਾਬਾ ਦੇ ਸਾਹਮਣੇ, ਬਾਬਾ ਕਹਿ ਰਹੇ ਬੱਚਿਆਂ ਦੇ ਖਿਆਲ ਜਿਹੜੇ ਹੈ, ਵਿਚਾਰ ਹੈ, ਤਾਂ ਉਹ ਕਿਤੇ ਕਿਤੇ ਚਲੇ ਜਾਂਦੇ ਹਨ। ਸਤਸੰਗ ਵਿੱਚ ਜਦੋਂ ਤੱਕ ਕੋਈ ਸਾਧੂ ਆਦਿ ਆਵੇ, ਉਦੋਂ ਤੱਕ ਕੀ ਬੈਠ ਕਰਦੇ ਹਨ? ਕੋਈ ਨਾ ਕੋਈ, ਬਾਬਾ ਕਹਿ ਰਹੇ, ਕੋਈ ਨਾ ਕੋਈ ਖਿਆਲਾਤ ਵਿੱਚ ਬੈਠੇ ਰਹਿੰਦੇ ਹਨ। ਫਿਰ ਸਾਧੂ ਆਇਆ ਤਾਂ ਕਥਾ ਆਦਿ ਸੁਣਨ ਲੱਗਦੇ ਹਨ। ਬਾਬਾ ਨੇ ਸਮਝਾਇਆ ਹੈ ਕਿ ਇਹ ਸਾਰਾ ਭਗਤੀ ਮਾਰਗ ਵਿੱਚ ਸੁਣਨਾ ਸੁਣਾਉਣਾ ਹੈ। ਬਾਬਾ ਸਮਝਾਉਂਦੇ ਹਨ ਕਿ ਇਹ ਸਭ ਹੈ ਆਰਟੀਫਿਸ਼ਲ, ਇਸ ਵਿੱਚ ਕੁਝ ਹੈ ਵੀ ਨਹੀਂ। ਅੱਜ ਕੱਲ ਕੋਈ ਸਾਰ ਵੀ ਨਹੀਂ ਰਿਹਾ, ਤੰਤ ਹੀ ਨਹੀਂ ਰਹਿ ਗਿਆ। ਤਾਂ ਬਾਬਾ ਕਹਿ ਰਹੇ ਦੀਵਾਲੀ ਵੀ ਆਰਟੀਫਿਸ਼ੀਅਲੀ ਮਨਾਉਂਦੇ ਹਨ। ਅਸਲੀ ਰੂਪ ਨਾਲ ਤਾਂ ਨਹੀਂ ਮਨਾ ਰਹੇ। ਆਤਮਾ ਦੀ ਜੋਤੀ ਤਾਂ ਨਹੀਂ ਜਗੀ, ਅੰਦਰ ਤਾਂ ਹਨੇਰਾ ਹੈ ਔਰ ਬਾਹਰ ਰੋਸ਼ਨੀ ਕਰ ਰਹੇ ਹਾਂ। ਤਾਂ ਇਹ ਸਭ ਬਾਹਰ ਦਾ ਪ੍ਰਕਾਸ਼ ਹੈ। ਬਾਬਾ ਕਹਿ ਰਹੇ ਗਿਆਨ ਦਾ ਤੀਸਰਾ ਨੇਤਰ ਤਾਂ ਖੁੱਲਿਆ ਹੋਣਾ ਚਾਹੀਦਾ ਹੈ ਨਾ, ਤਾਂ ਕਿ ਘਰ ਘਰ ਵਿੱਚ ਸੋਝਰਾ ਹੋਵੇ। ਹੁਣ ਤਾਂ ਘਰ ਘਰ ਵਿੱਚ ਹਨੇਰਾ ਹੀ ਹੈ। ਸਭ ਕੁਝ ਬਾਹਰ ਦਾ ਪ੍ਰਕਾਸ਼ ਹੈ। ਤੁਸੀਂ ਆਪਣੀ ਜੋਤੀ ਜਗਾਉਣ ਬਿਲਕੁਲ ਸ਼ਾਂਤੀ ਵਿੱਚ ਬੈਠੇ ਹੋ। ਬੱਚੇ ਜਾਣਦੇ ਹਨ, ਸਵੈਧਰਮ ਵਿੱਚ ਰਹਿਣ ਨਾਲ ਪਾਪ ਕੱਟ ਜਾਂਦੇ ਹਨ। ਜਨਮ ਜਨਮਾਂਤਰ ਦੇ ਪਾਪ ਇਸ ਯਾਦ ਦੀ ਯਾਤਰਾ ਨਾਲ ਹੀ ਕੱਟਦੇ ਹਨ। ਆਤਮਾ ਦੀ ਜੋਤੀ ਬੁਝ ਗਈ ਹੈ ਨਾ, ਸ਼ਕਤੀ ਦਾ ਪੈਟਰੋਲ ਖਤਮ ਹੋ ਗਿਆ ਹੈ। ਜਿਵੇਂ ਜੋਤੀ ਵਿੱਚੋਂ ਘੀ ਖਤਮ ਹੋ ਜਾਏ ਔਰ ਜੋਤੀ, ਬਾਬਾ ਕਹਿ ਰਹੇ, ਜਗਦੀ ਨਹੀਂ ਹੈ, ਬੁਝ ਜਾਂਦੀ ਹੈ। ਏਦਾਂ ਹੀ ਆਤਮਾ ਵਿੱਚੋਂ ਵੀ ਬਾਬਾ ਕਹਿ ਰਹੇ ਸ਼ਕਤੀ ਦਾ ਪੈਟਰੋਲ ਖਤਮ ਹੋ ਗਿਆ ਹੈ। ਉਹ ਵੀ ਭਰ ਜਾਵੇਗਾ ਕਿਉਂਕਿ ਆਤਮਾ ਪਵਿੱਤਰ ਬਣ ਜਾਂਦੀ ਹੈ। ਕਿੰਨਾ ਰਾਤ ਦਿਨ ਦਾ ਫਰਕ ਹੈ। ਹੁਣ ਲక్ష్ਮੀ ਦੀ ਕਿੰਨੀ ਪੂਜਾ ਹੁੰਦੀ ਹੈ। ਕਈ ਬੱਚੇ ਲਿਖਦੇ ਹਨ, ਲక్ష్ਮੀ ਵੱਡੀ ਜਾਂ ਸਰਸਵਤੀ ਮਾਂ ਵੱਡੀ। ਲక్ష్ਮੀ ਤਾਂ ਇੱਕ ਹੁੰਦੀ ਹੈ, ਸ਼੍ਰੀ ਨਾਰਾਇਣ ਦੀ। ਜੇ ਮਹਾਲక్ష్ਮੀ ਨੂੰ ਪੂਜਦੇ ਹੋ ਤਾਂ ਉਸ ਨੂੰ 4 ਬਾਹਾਂ ਦਿੰਦੇ ਹਨ। ਉਸ ਵਿੱਚ ਦੋਨੋਂ ਹੀ ਆ ਜਾਂਦੇ ਹਨ, 2 ਲక్ష్ਮੀ ਦੀਆਂ, 2 ਨਾਰਾਇਣ ਦੀਆਂ। ਤਾਂ ਅਸਲ ਵਿੱਚ ਉਸ ਨੂੰ ਲక్ష్ਮੀ ਨਾਰਾਇਣ ਦੀ ਪੂਜਾ ਕਿਹਾ ਜਾਵੇ। ਚਤੁਰਭੁਜ ਹੈ ਨਾ, ਦੋਨੋਂ ਇਕੱਠੇ ਹਨ। ਪਰੰਤੂ ਮਨੁੱਖਾਂ ਨੂੰ ਕੁਝ ਵੀ ਸਮਝ ਨਹੀਂ ਹੈ। ਬੇਹੱਦ ਦਾ ਬਾਪ ਕਹਿੰਦੇ ਹਨ ਕਿ ਸਾਰੇ ਹੁਣ ਬੇਸਮਝ ਬਣ ਗਏ ਨੇ। ਲੌਕਿਕ ਬਾਪ ਕਦੇ ਸਾਰੀ ਦੁਨੀਆ ਦੇ ਬੱਚਿਆਂ ਨੂੰ ਕਹਿਣਗੇ ਕਿ ਕੀ
ਕਿ ਬੇਸਮਝ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਕਿ ਵਿਸ਼ਵ ਦਾ ਬਾਪ ਕੌਣ ਹੈ। ਖੁਦ ਕਹਿੰਦੇ ਹਨ, ਮੈਂ ਸਾਰੀਆਂ ਆਤਮਾਵਾਂ ਦਾ ਪਿਤਾ ਹਾਂ, ਤੁਸੀਂ ਸਾਰੇ ਮੇਰੇ ਬੱਚੇ ਹੋ। ਉਹ ਸਾਧੂ ਲੋਕ ਤਾਂ ਕਹਿ ਦਿੰਦੇ ਸਾਰੇ ਭਗਵਾਨ ਹੀ ਭਗਵਾਨ ਹਨ। ਤੁਸੀਂ ਜਾਣਦੇ ਹੋ ਕਿ ਬੇਹੱਦ ਦਾ ਬਾਪ ਬੇਹੱਦ ਦਾ ਗਿਆਨ ਸਮਝਾ ਰਹੇ ਹਨ ਸਾਨੂੰ ਆਤਮਾਵਾਂ ਨੂੰ। ਮਨੁੱਖਾਂ ਨੂੰ ਤਾਂ ਦੇਹ ਅਭਿਮਾਨ ਰਹਿੰਦਾ ਹੈ ਕਿ ਮੈਂ ਫਲਾਣਾ ਹਾਂ, ਮੈਂ ਫਲਾਣਾ ਹਾਂ। ਸਰੀਰ ਤੇ ਜੋ ਨਾਮ ਪੈਂਦਾ ਹੈ ਉਸ ਤੇ ਹੀ ਚੱਲਦੇ ਆਏ। ਹੁਣ ਬਾਬਾ ਤਾਂ ਹੈ ਹੀ ਨਿਰਾਕਾਰ, ਸੁਪਰੀਮ ਸੋਲ। ਉਸ ਆਤਮਾ ਦਾ ਨਾਮ ਹੈ ਸ਼ਿਵ। ਆਤਮਾ ਤੇ ਨਾਮ, ਬਾਬਾ ਕਹਿੰਦੇ ਇੱਕ ਹੀ ਸ਼ਿਵ ਹੈ ਨਾ। ਆਤਮਾ ਦਾ ਨਾਮ ਤਾਂ ਇੱਕ ਹੀ ਹੈ, ਸ਼ਿਵ ਬਾਬਾ ਦਾ ਨਾਮ ਤਾਂ ਇੱਕੋ ਹੀ ਹੈ ਨਾ, ਕਿਉਂਕਿ ਸ਼ਿਵ ਬਾਬਾ ਤਾਂ ਸਰੀਰ ਨਹੀਂ ਲੈਂਦੇ ਜਿਹੜਾ ਸਰੀਰਾਂ ਤੇ ਨਾਮ ਪਵੇ। ਹੁਣ ਸ਼ਿਵ ਬਾਬਾ ਤਾਂ ਹੈ ਹੀ ਨਿਰਾਕਾਰ, ਸੁਪਰੀਮ ਸੋਲ। ਉਸ ਆਤਮਾ ਦਾ ਨਾਮ ਸ਼ਿਵ ਹੈ। ਆਤਮਾ ਤੇ ਨਾਮ ਇੱਕ ਹੀ ਸ਼ਿਵ ਬਾਬਾ ਦਾ ਹੈ। ਬਸ ਉਹ ਹੈ ਪਰਮ ਆਤਮਾ, ਪਰਮਾਤਮਾ। ਉਸ ਦਾ ਨਾਮ ਹੈ ਸ਼ਿਵ। ਬਾਕੀ ਜੋ ਵੀ ਢੇਰ ਆਤਮਾਵਾਂ ਹਨ, ਉਹਨਾਂ ਸਾਰੀਆਂ ਦੇ ਸਰੀਰਾਂ ਤੇ ਨਾਮ ਪੈਂਦੇ ਹਨ। ਸ਼ਿਵ ਬਾਬਾ ਇੱਥੇ ਰਹਿੰਦੇ ਨਹੀਂ, ਉਹ ਤਾਂ ਪਰਮ ਧਾਮ ਤੋਂ ਆਉਂਦੇ ਹਨ। ਸ਼ਿਵ ਅਵਤਰਨ ਵੀ ਹੈ ਨਾ। ਹੁਣ ਬਾਬਾ ਨੇ ਤੁਹਾਨੂੰ ਸਮਝਾਇਆ ਹੈ ਕਿ ਸਾਰੀਆਂ ਆਤਮਾਵਾਂ ਇੱਥੇ ਆਉਂਦੀਆਂ ਹਨ ਪਾਰਟ ਵਜਾਉਣ ਦੇ ਲਈ। ਬਾਪ ਦਾ ਵੀ ਪਾਰਟ ਹੈ। ਬਾਪ ਦਾ ਤਾਂ ਬਹੁਤ ਵੱਡਾ ਕੰਮ ਹੈ। ਅਵਤਾਰ ਮੰਨਦੇ ਹੋ ਤਾਂ ਉਸ ਦੀ ਤਾਂ ਫਿਰ ਛੁੱਟੀ ਤੇ ਸਟੈਂਪ ਵੀ ਹੋਣੀ ਚਾਹੀਦੀ ਹੈ। ਮੇਰਾ ਛੁੱਟੀ ਵੀ ਹੋਣੀ ਚਾਹੀਦੀ ਹੈ ਸ਼ਿਵਰਾਤਰੀ ਤੇ ਬਾਬਾ ਦੀ ਤਾਂ ਸਟੈਂਪ ਵੀ ਬਣਨੀ ਚਾਹੀਦੀ ਹੈ। ਸਾਰੇ ਦੇਸ਼ਾਂ ਵਿੱਚ ਛੁੱਟੀ ਹੋਣੀ ਚਾਹੀਦੀ ਹੈ, ਕਿਉਂਕਿ ਬਾਪ ਤਾਂ ਸਾਰਿਆਂ ਦਾ ਸਦਗਤੀ ਦਾਤਾ ਹੈ ਨਾ। ਲਕਸ਼ਮੀ ਦੀ ਦੇਖੋ ਪੂਜਾ ਕਰਦੇ ਹਨ। ਅਗਲੀ ਪੁਆਇੰਟ ਵਿੱਚ ਬਾਬਾ ਫਿਰ ਦੱਸ ਰਹੇ ਹਨ ਕਿ ਲਕਸ਼ਮੀ ਦੀ ਪੂਜਾ ਕਰਦੇ ਹਨ, ਆਤਿਸ਼ਬਾਜ਼ੀ ਜਲਾਉਂਦੇ। ਤੁਸੀਂ ਪੁੱਛ ਸਕਦੇ ਹੋ ਕਿ ਜੋ ਲਕਸ਼ਮੀ ਦਾ ਤਿਉਹਾਰ ਤੁਸੀਂ ਮਨਾਉਂਦੇ ਹੋ, ਇਹ ਕਦੋਂ ਤਖਤ ਤੇ ਬੈਠੀ? ਜੋ ਪੂਜਾ ਕਰ ਰਹੇ ਹਨ, ਕਦੇ ਤਾਂ ਲਕਸ਼ਮੀ ਹੋਏਗੀ ਨਾ। ਤਾਂ ਬਾਬਾ ਕਹਿ ਰਹੇ ਕਦੇ ਤਾਂ ਉਹਦਾ ਰਾਜ ਹੋਏਗਾ। ਤਾਂ ਤੁਸੀਂ ਪੁੱਛੋ ਕਿ ਕਦੋਂ ਤਖਤ ਤੇ ਬੈਠੀ? ਤਖਤ ਤੇ ਬੈਠਣ ਦਾ ਹੀ ਕਾਰੋਨੇਸ਼ਨ ਮਨਾਉਂਦੇ ਨੇ, ਉਸ ਦਾ ਜਨਮ ਨਹੀਂ ਮਨਾਉਂਦੇ। ਮਨਾ ਰਾਜ ਤਿਲਕ ਕਰਦੇ ਨੇ। ਤਾਂ ਲਕਸ਼ਮੀ ਦਾ ਚਿੱਤਰ ਥਾਲੀ ਵਿੱਚ ਰੱਖ ਕੇ ਉਸ ਤੋਂ ਧਨ ਮੰਗਦੇ ਨੇ, ਬਸ ਹੋਰ ਕੁਝ ਵੀ ਨਹੀਂ। ਮੰਦਰ ਵਿੱਚ ਜਾ ਕੇ ਬੇਸ਼ੱਕ ਕੁਝ ਮੰਗਣ, ਪਰੰਤੂ ਦੀਵਾਲੀ ਦੇ ਦਿਨ ਤਾਂ ਸਿਰਫ ਉਸ ਤੋਂ ਪੈਸਾ ਹੀ ਮੰਗਣਗੇ। ਤਾਂ ਪੈਸਾ ਥੋੜੇ ਦਿਨ, ਬਾਬਾ ਕਹਿ ਰਹੇ ਪੈਸਾ ਦਿੰਦੀ ਥੋੜੇ ਹੀ ਹੈ। ਇਹ ਤਾਂ ਜਿਵੇਂ ਜਿਵੇਂ ਜਿਸ ਦੀ ਭਾਵਨਾ ਹੁੰਦੀ ਹੈ, ਅਗਰ ਉਹ ਸੱਚੀ ਭਾਵਨਾ ਨਾਲ ਪੂਜਾ ਕਰਦੇ ਹਨ ਤਾਂ ਥੋੜੇ ਸਮੇਂ ਲਈ ਧਨ ਮਿਲ ਸਕਦਾ ਹੈ। ਇਹ ਹੈ ਅਲਪਕਾਲ ਦਾ ਸੁੱਖ, ਮਨਾ ਥੋੜੇ ਸਮੇਂ ਦਾ ਸੁੱਖ। ਇੱਥੇ ਤਾਂ ਸਥਾਈ ਸੁੱਖ ਵੀ, ਕਿੱਥੇ ਤਾਂ ਸਥਾਈ ਸੁੱਖ ਵੀ ਹੋਵੇਗਾ ਨਾ। ਸਵਰਗ ਦਾ ਤਾਂ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਹੈ। ਇੱਥੇ ਸਵਰਗ ਦੀ ਭੇਂਟ ਵਿੱਚ ਕੋਈ ਖੜਾ ਨਹੀਂ ਹੋ ਸਕਦਾ। ਤੁਸੀਂ ਜਾਣਦੇ ਹੋ, ਅੱਧਾ ਕਲਪ ਹੈ ਗਿਆਨ, ਅੱਧਾ ਕਲਪ ਹੈ ਭਗਤੀ, ਫਿਰ ਹੁੰਦਾ ਹੈ ਵੈਰਾਗ। ਸਮਝਾਇਆ ਜਾਂਦਾ ਹੈ ਕਿ ਪੁਰਾਣੀ ਛੀਛੀ ਦੁਨੀਆ ਹੈ, ਇਸ ਲਈ ਫਿਰ ਨਵੀਂ ਦੁਨੀਆ ਜ਼ਰੂਰ ਚਾਹੀਦੀ ਹੈ। ਨਵੀਂ ਦੁਨੀਆ ਵੈਕੁੰਠ ਨੂੰ ਕਹਿੰਦੇ ਹਨ। ਉਸ ਨੂੰ ਹੈਵਨ, ਪੈਰਾਡਾਈਜ਼ ਵੀ ਕਿਹਾ ਜਾਂਦਾ ਹੈ। ਇਸ ਡਰਾਮਾ ਵਿੱਚ ਪਾਰਟਧਾਰੀ ਵੀ ਅਵਿਨਾਸ਼ੀ ਹਨ। ਤੁਸੀਂ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਆਤਮਾ ਕਿਵੇਂ ਪਾਰਟ ਵਜਾਉਂਦੇ ਹਾਂ। ਬਾਬਾ ਨੇ ਸਮਝਾਇਆ ਹੈ, ਕਿਸ ਨੂੰ ਵੀ ਪ੍ਰਦਰਸ਼ਨੀ ਆਦਿ ਦਿਖਾਉਣਾ ਹੈ ਤਾਂ ਪਹਿਲਾਂ ਇਹ ਲਕਸ਼ ਜ਼ਰੂਰ ਸਮਝਾਓ। ਸੈਕਿੰਡ ਵਿੱਚ ਜੀਵਨ ਮੁਕਤੀ ਕਿਵੇਂ ਮਿਲਦੀ ਹੈ? ਜਨਮ ਜਨਮਾਂਤਰ ਵਿੱਚ ਤਾਂ ਜ਼ਰੂਰ ਆਉਣਾ ਹੈ ਨਾ, ਜਨਮ ਮਰਨ ਵਿੱਚ ਤਾਂ ਜ਼ਰੂਰ ਆਉਣਾ ਹੈ ਨਾ। ਤੁਸੀਂ ਸੀੜੀ ਤੇ ਵੀ ਬਹੁਤ ਵਧੀਆ ਤਰ੍ਹਾਂ ਸਮਝਾ ਸਕਦੇ ਹੋ। ਰਾਵਣ ਰਾਜ ਵਿੱਚ ਭਗਤੀ ਸ਼ੁਰੂ ਹੁੰਦੀ ਹੈ। ਸਤਯੁਗ ਵਿੱਚ ਭਗਤੀ ਦਾ ਨਾਮ ਨਿਸ਼ਾਨ ਨਹੀਂ ਹੁੰਦਾ। ਗਿਆਨ ਅਤੇ ਭਗਤੀ ਦੋਨੇ
ਅਲੱਗ-ਅਲੱਗ ਹਨ ਨਾ। ਬਾਬਾ ਬਾਰ-ਬਾਰ ਸਮਝਾਉਂਦੇ ਹਨ, ਤੁਸੀਂ ਰਾਜ ਰਿਸ਼ੀ ਹੋ। ਰਿਸ਼ੀ ਹਮੇਸ਼ਾ ਤਪੱਸਿਆ ਕਰਦੇ ਹਨ। ਉਹ ਤਾਂ ਬ੍ਰਹਮ ਨੂੰ, ਤੱਤਵ ਨੂੰ ਯਾਦ ਕਰਦੇ ਹਨ ਜਾਂ ਕੋਈ ਕਾਲੀ ਆਦਿ ਨੂੰ ਵੀ ਯਾਦ ਕਰਦੇ ਹੋਣਗੇ। ਬਹੁਤ ਸੰਨਿਆਸੀ ਵੀ ਹਨ ਜੋ ਕਾਲੀ ਦੀ ਪੂਜਾ ਕਰਦੇ ਹਨ। ਬਾਬਾ ਕਹਿ ਰਹੇ, ਮਾਂ ਕਾਲੀ ਕਹਿ ਕੇ ਪੁਕਾਰਦੇ ਹਨ। ਬਾਬਾ ਕਹਿੰਦੇ ਹਨ ਕਿ ਇਸ ਸਮੇਂ ਸਾਰੇ ਵਿਕਾਰੀ ਹਨ। ਕਾਮ ਚਿਤਾ ਤੇ ਬੈਠ ਸਾਰੇ ਕਾਲੇ ਹੋ ਗਏ ਹਨ। ਮਨਾ ਆਤਮਾ ਜੋ ਹੈ ਉਹ ਤਮੋ ਪ੍ਰਧਾਨ ਬਣ ਗਈ ਹੈ। ਮਾਂ ਬਾਪ ਬੱਚੇ ਸਭ ਕਾਲੇ ਹਨ। ਤਾਂ ਇਹ ਬੇਹੱਦ ਦੀ ਗੱਲ ਹੈ ਨਾ। ਸਤਯੁਗ ਵਿੱਚ ਕਾਲੇ ਹੁੰਦੇ ਨਹੀਂ, ਉਹ ਸਾਰੇ ਗੋਰੇ ਹਨ। ਗੋਰੇ ਮਨ ਪਾਵਨ ਪਵਿੱਤਰ। ਫਿਰ ਕਦੇ ਸਾਂਵਰੇ ਬਣਦੇ ਹਨ। ਇਹ ਤੁਹਾਨੂੰ ਬੱਚਿਆਂ ਨੂੰ ਬਾਬਾ ਨੇ ਸਮਝਾਇਆ ਹੈ। ਥੋੜਾ ਥੋੜਾ ਪਤਿਤ ਹੁੰਦੇ ਹੁੰਦੇ ਅੰਤ ਵਿੱਚ ਬਿਲਕੁਲ ਹੀ ਕਾਲੇ ਹੋ ਜਾਂਦੇ ਹਨ। ਬਾਪ ਕਹਿੰਦੇ ਹਨ, ਰਾਵਣ ਨੇ ਕਾਮ ਚਿਤਾ ਤੇ ਚੜਾ ਕੇ ਬਿਲਕੁਲ ਕਾਲਾ ਬਣਾ ਦਿਆ। ਹੁਣ ਬਾਬਾ ਤੁਹਾਨੂੰ ਗਿਆਨ ਚਿਤਾ ਤੇ ਬਿਠਾ ਰਹੇ ਹਨ। ਤਾਂ ਆਤਮਾ ਨੂੰ ਬਿਲਕੁਲ ਪਵਿੱਤਰ ਬਣਾਉਣਾ ਹੈ। ਬਾਬਾ ਆਤਮਾ ਨੂੰ ਪਵਿੱਤਰ ਬਣਾਉਣ ਦੀ ਯੁਕਤੀ ਦੱਸ ਰਹੇ ਹਨ। ਅੱਛਾ, ਫਿਰ ਬਾਬਾ ਨੇ ਯਾਦ ਪਿਆ ਦਿੱਤਾ, ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਹੈ, ਜਿਵੇਂ ਬਾਪ ਸਦਾ ਬੱਚਿਆਂ ਦੇ ਪ੍ਰਤੀ ਸੁਖਦਾਈ ਹੈ, ਇਸੇ ਤਰ੍ਹਾਂ ਸੁਖਦਾਈ ਬਣਨਾ ਹੈ। ਸਾਰਿਆਂ ਨੂੰ ਮੁਕਤੀ ਜੀਵਨ ਮੁਕਤੀ ਦਾ ਰਸਤਾ ਦੱਸਣਾ ਹੈ। ਦੂਸਰਾ ਹੈ, ਦੇਹੀ ਅਭਿਮਾਨੀ ਬਣਨ ਦੀ ਤਪੱਸਿਆ ਕਰਨੀ ਹੈ। ਇਸ ਪੁਰਾਣੀ ਛੀਛੀ ਦੁਨੀਆ ਤੋਂ ਬੇਹੱਦ ਦਾ ਵੈਰਾਗੀ ਬਣਨਾ ਹੈ। ਵਰਦਾਨ ਹੈ, ਦਿਵਯ ਗੁਣਾਂ ਦੇ ਆਹਵਾਨ ਦੁਆਰਾ ਸਾਰੇ ਅਵਗੁਣਾਂ ਦੀ ਆਹੂਤੀ ਦੇਣ ਵਾਲੇ ਸੰਤੁਸ਼ਟ ਆਤਮਾ ਭਵ। ਜਿਵੇਂ ਦੀਪਾਵਲੀ ਤੇ ਵਿਸ਼ੇਸ਼ ਸਫਾਈ ਅਤੇ ਕਮਾਈ ਦਾ ਧਿਆਨ ਰੱਖਦੇ ਹਨ, ਇਸੇ ਤਰ੍ਹਾਂ ਤੁਸੀਂ ਵੀ ਸਾਰੇ ਪ੍ਰਕਾਰ ਦੀ ਸਫਾਈ ਅਤੇ ਕਮਾਈ ਦਾ ਲਕਸ਼ ਰੱਖ ਕੇ ਸੰਤੁਸ਼ਟ ਆਤਮਾ ਬਣੋ। ਸੰਤੁਸ਼ਟਤਾ ਦੁਆਰਾ ਹੀ ਸਾਰੇ ਦਿਵਯ ਗੁਣਾਂ ਦਾ ਆਹਵਾਨ ਕਰ ਸਕਣਗੇ। ਫਿਰ ਅਵਗੁਣਾਂ ਦੀ ਆਹੂਤੀ ਆਪਣੇ ਆਪ ਹੀ ਹੋ ਜਾਵੇਗੀ। ਅੰਦਰ ਜੋ ਵੀ ਕਮਜ਼ੋਰੀਆਂ, ਕਮੀਆਂ, ਨਿਰਬਲਤਾ, ਕੋਮਲਤਾ ਰਹੀ ਹੋਈ ਹੈ, ਉਹਨਾਂ ਨੂੰ ਸਮਾਪਤ ਕਰ ਹੁਣ ਨਵਾਂ ਖਾਤਾ ਸ਼ੁਰੂ ਕਰੋ ਅਤੇ ਨਵੇਂ ਸੰਸਕਾਰਾਂ ਦੇ ਨਵੇਂ ਵਸਤਰ ਧਾਰਨ ਕਰਕੇ ਸੱਚੀ ਦੀਪਾਵਲੀ ਮਨਾਓ। ਫਿਰ ਬਾਬਾ ਨੇ ਸਲੋਗਨ ਵਿੱਚ ਕਿਹਾ, ਸਵੈਮਾਨ ਦੀ ਸੀਟ ਤੇ ਸਦਾ ਸੈੱਟ ਰਹਿਣਾ ਹੈ ਤਾਂ ਦ੍ਰਿੜ ਸੰਕਲਪ ਦੀ ਬੈਲਟ ਚੰਗੀ ਤਰ੍ਹਾਂ ਨਾਲ ਬੰਨ ਲਵੋ। ਅੱਛਾ, ਓਮ ਸ਼ਾਂਤੀ।